BA first year students. Today we are going to start relationship of political science with other social sciences. ਰਾਜਨੀਤਿਕ ਸ਼ਾਸਤਰ ਦਾ ਦੂਸਰੇ ਸਮਾਜਿਕ ਵਿਗਿਆਨਾਂ ਦੇ ਨਾਲ ਕੀ ਸੰਬੰਧ ਹੈ। देखो बेटा, कोई भी पॉलिटिकल साइंस है, कोई भी सब्जेक्ट है, वो अकेला नहीं रह सकता। पॉलिटिकल साइंस कैन नॉट बी स्टडीड इन आइसोलेशन। जे आप कहिए कि सिर्फ और सिर्फ असी पॉलिटिकल साइंस की स्टडी करके असी इसनों समझ सकते हाँ, सो नो, वी आर रॉन्ग ओवर हेयर। बिकॉज कोई भी सब्जेक्ट है वो अकेला कदे भी नहीं रह सकता। ठीक है, जिमें एक आदमी है, जिमें एक मैन है, सो बीइंग पार्ट ऑफ दिस सोसाइटी, वो कभी भी अकेला नहीं रह सकता। उन्होंने कदे ना कदे किसी ना किसी ते डिपेंड जिहड़ा हैगा वो होना पैंदा है। सो इसी तरह बेटा पॉलिटिकल साइंस है, पॉलिटिकल साइंस का अध्ययन भी जिहड़ा हैगा वो अकेले नहीं किया जा सकता। अकॉर्डिंग टू द गार्नर, we can more understand political science as the science of totality of the state phenomenon without the knowledge of allied sciences, as we cannot compare biology without chemistry and mechanics without mathematics. So ਗਾਰਨਰ ਇਹ ਕਹਿੰਦਾ ਹੈ ਕਿ ਅਸੀਂ ਰਾਜਨੀਤਿਕ ਸ਼ਾਸਤਰ ਨੂੰ ਰਾਜ ਦੇ ਪੂਰਨ ਵਿਗਿਆਨ ਦੇ ਰੂਪ ਦੇ ਵਿੱਚ ਸਹਾਇਕ ਵਿਗਿਆਨ ਦੇ ਗਿਆਨਾਂ ਤੋਂ ਬਿਨਾਂ ਨਹੀਂ ਸਮਝ ਸਕਦੇ। ਉਸੇ ਤਰ੍ਹਾਂ ਨਹੀਂ ਸਮਝ ਸਕਦੇ ਜਿਵੇਂ ਕਿ ਜੀਵ ਵਿਗਿਆਨ ਤੋਂ ਬਿਨਾਂ ਰਸਾਇਣ ਵਿਗਿਆਨ ਨਹੀਂ ਸਮਝਿਆ ਜਾ ਸਕਦਾ। ਸੋ ਪੋਲੀਟੀਕਲ ਸਾਇੰਸ ਦਾ ਬਾਕੀ ਸੋਸ਼ਲ ਸਾਇੰਸਿਸ ਦੇ ਨਾਲ ਬੇਟਾ ਬਹੁਤ ਗਹਿਰਾ ਸੰਬੰਧ ਹੈ। ਉਹ ਕਿਵੇਂ? ਫਸਟ ਆਫ ਆਲ ਵੀ ਆਰ ਡਿਸਕਸ ਅਬਾਊਟ ਦੀ ਰਿਲੇਸ਼ਨਸ਼ਿਪ ਬਿਟਵੀਨ ਦਾ ਪੋਲੀਟੀਕਲ ਸਾਇੰਸ ਐਂਡ ਹਿਸਟਰੀ, ਕਿ ਪੋਲੀਟੀਕਲ ਸਾਇੰਸ ਦਾ ਇਤਿਹਾਸ ਦੇ ਨਾਲ ਕੀ ਸੰਬੰਧ ਹੈ। ਇਤਿਹਾਸ ਦੀ ਰਾਜਨੀਤਿਕ ਸ਼ਾਸਤਰ ਨੂੰ ਦੇਣ, contribution of history to political science, कि what is the contribution of history to political science, कि history ने political science ਨੂੰ ਕੀ ਦਿੱਤਾ ਹੈ ਜਿਸ ਦੇ ਕਾਰਨ political science history ਉੱਤੇ ਡਿਪੈਂਡ ਹੈ। ਸੋ ਇਸ ਦਾ ਪਹਿਲਾ ਹੈ history provides the material for the political science। ਪੋਲੀਟੀਕਲ ਸਾਇੰਸ ਦੇ ਵਿੱਚ ਜੋ ਵੀ ਮਟੀਰੀਅਲ ਹੈ ਉਹ ਸਾਰਾ ਸਾਨੂੰ ਕਿੱਥੋਂ ਮਿਲਿਆ ਹੈ ਬੇਟਾ? ਹਿਸਟਰੀ ਤੋਂ। ਯੂ ਸਪੋਜ਼ ਦੈਟ ਅੱਜ ਅਗਰ ਮੈਂ ਪੜ੍ਹਨਾ ਹੈ ਕਿ ਸਾਡੇ ਇੰਡੀਆ ਦੀ ਗਵਰਨਮੈਂਟ ਕਿਹੋ ਜਿਹੀ ਹੈ ਨਾ, ਅਗਰ ਮੈਂ ਪ੍ਰੈਜੈਂਟਲੀ ਵਿੱਚ ਸਟੱਡੀ ਕਰਨੀ ਹੈ ਕਿ ਕਿਸ ਤਰ੍ਹਾਂ ਦੀ ਸਾਡੀ ਗਵਰਨਮੈਂਟ ਹੈ, ਕਿਸ ਤਰ੍ਹਾਂ ਦੇ ਉਹਦੇ ਕੰਮ ਹੈ, ਕਿਆ ਸਾਡੀ ਗਵਰਨਮੈਂਟ ਚੰਗੇ ਕੰਮ ਕਰ ਰਹੀ ਹੈ, ਕਿਆ ਸਾਡੀ ਗਵਰਨਮੈਂਟ ਬੈਟਰ ਹੈ ਜਾਂ ਨਹੀਂ ਹੈ। ਸੋ ਉਸ ਦਾ ਪਤਾ ਮੈਨੂੰ ਕਿਸ ਤੋਂ ਲੱਗੇਗਾ? ਕੁਆਇਟ ਓਬਵੀਅਸ ਹੈ ਬੇਟਾ, ਮੈਂ ਕਿਸੇ ਚੀਜ਼ ਦੀ ਜਜਮੈਂਟ ਉਦੋਂ ਹੀ ਕਰ ਸਕਦੀ ਹਾਂ ਜਦੋਂ ਮੈਨੂੰ ਉਸ ਚੀਜ਼ ਦੇ ਪਾਸਟ ਬਾਰੇ ਪਤਾ ਹੋਏਗਾ। ਹਾਂ, ਅਗਰ ਅੱਜ ਦੀ ਪੋਲੀਟੀਕਲ ਸਾਇੰਸ ਦੇ ਅਗਰ ਅੱਜ ਦੇ ਪੋਲੀਟੀਕਲ ਸਿਸਟਮ ਨੂੰ ਅਗਰ ਮੈਂ ਵਧੀਆ ਕਹਿੰਦੀ ਹਾਂ ਤਾਂ ਕਿਉਂ ਵਧੀਆ ਕਹਿ ਰਹੀ ਹਾਂ, ਅਗਰ ਮੈਂ ਮਾੜਾ ਕਹਿ ਰਹੀ ਹਾਂ ਤਾਂ ਮੈਂ ਕਿਉਂ ਮਾੜਾ ਕਹਿ ਰਹੀ ਹਾਂ। ਇਸ ਦੇ ਬਾਰੇ ਜਿੰਨੇ ਵੀ ਨੌਲੇਜ ਹੈ ਜਾਂ ਜਿੰਨੇ ਵੀ ਰੀਜ਼ਨਸ ਹੈ ਉਹ ਸਾਰੇ ਮੈਨੂੰ ਕਿਸ ਤਰ੍ਹਾਂ ਮਿਲਣਗੇ? ਹਿਸਟਰੀ ਤੋਂ ਮਿਲਣਗੇ। ਕੁਆਇਟ ਓਬਵੀਅਸ, ਅਗਰ ਮੈਂ ਕਹਾਂ ਕਿ ਅੱਜ ਦਾ ਸਿਸਟਮ ਪੋਲੀਟੀਕਲ ਸਿਸਟਮ ਇਜ਼ ਬੈਟਰ ਦੈਨ ਹਾਊ, ਉਸ ਦੇ ਲਈ ਮੈਨੂੰ ਉਸਦੇ ਪਾਸਟ ਨੂੰ ਜਾਣਨਾ ਪਏਗਾ ਕਿ ਪਹਿਲਾਂ ਮੈਂ ਉਹਦਾ ਪਾਸਟ ਦੇਖਿਆ ਕਿ ਪਾਸਟ ਦੇ ਵਿੱਚ ਪੋਲੀਟੀਕਲ ਸਿਸਟਮ ਕੀ ਸੀ, ਨਾਓ ਪ੍ਰੈਜ਼ੈਂਟ ਦੇ ਵਿੱਚ ਕੀ ਹੈ। ਠੀਕ ਹੈ, ਸੋ ਇਸ ਕਰਕੇ ਕੰਪੇਅਰ ਜਦੋਂ ਮੈਂ ਕਰਨਾ ਹੈ ਤਾਂ ਉਹ ਮੈਨੂੰ ਮਟੀਰੀਅਲ ਕਿੱਥੋਂ ਮਿਲੇਗਾ? ਤਾਂ ਉਹ ਮੈਨੂੰ ਹਿਸਟਰੀ ਤੋਂ ਮਿਲੇਗਾ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਹੈ ਰੂਟਸ ਆਫ ਪੋਲੀਟੀਕਲ ਇੰਸਟੀਟਿਊਸ਼ਨਸ ਆਰ ਇਨ ਹਿਸਟਰੀ। ਕੁਆਇਟ ਓਬਵੀਅਸ ਹੈ ਬੇਟਾ, ਜਿਹੜੀਆਂ ਵੀ ਅੱਜ ਇੰਸਟੀਟਿਊਸ਼ਨ ਮਿਲੀ ਹੈ, ਚਾਹੇ ਉਹ ਪਾਰਲੀਮੈਂਟ ਹੈ, ਚਾਹੇ ਉਹ ਲੈਜਿਸਲੇਟਿਵ ਹੈ, ਚਾਹੇ ਉਹ ਐਗਜ਼ੀਕਿਊਟਿਵ ਹੈ, ਚਾਹੇ ਉਹ ਜੁਡੀਸ਼ਰੀ ਹੈ, ਚਾਹੇ ਉਹ CM ਹੈ, ਚਾਹੇ ਉਹ ਪ੍ਰੈਜ਼ੀਡੈਂਟ ਹੈ, ਜਿੰਨੇ ਵੀ ਪ੍ਰੈਸ਼ਰ ਗਰੁੱਪਸ ਨੇ, ਪੋਲੀਟੀਕਲ ਪਾਰਟੀਜ਼ ਨੇ, ਦਬਾਅ ਸਮੂਹ ਨੇ, ਰਾਜਨੀਤਿਕ ਦਲ ਨੇ, ਇਹ ਸਾਰਿਆਂ ਦੀ ਹੀ ਰੂਟਸ ਕਿਤੇ ਨਾ ਕਿਤੇ ਹਿਸਟਰੀ ਦੇ ਵਿੱਚ ਹੈ। ਕਿਉਂਕਿ ਬੇਟਾ ਇਹ ਇੱਕੋ ਦਮ ਤਾਂ ਨਹੀਂ ਬਣੀਆਂ ਨਾ। ਅਗਰ ਜਿਵੇਂ ਕਿ ਅੱਜ ਸਾਡੇ ਬੈਠੇ ਬਿਠਾਏ ਮਨ 'ਚ ਆਇਆ ਕਿ ਚਲੋ ਪੋਲੀਟੀਕਲ ਸਾਇੰਸ ਦੀ ਪਾਰਟੀ ਬਣਾ ਲੈਂਦੇ ਹਾਂ, ਪੋਲੀਟੀਕਲ ਪਾਰਟੀ ਬਣਾ ਲੈਂਦੇ, ਪ੍ਰੈਸ਼ਰ ਗਰੁੱਪਸ ਬਣਾ ਲੈਂਦੇ, ਨੋ, ਇਹ ਸਮੇਂ ਦੀ ਡਿਮਾਂਡ ਹੈ। ਹੌਲੀ ਹੌਲੀ ਇਸ ਦਾ ਵਿਕਾਸ ਹੋਇਆ ਹੈ। ਇਸ ਦਾ ਵਿਕਾਸ ਕਿੱਥੇ ਹੋਇਆ ਹੈ? ਹਿਸਟਰੀ ਦੇ ਵਿੱਚ। ਸੋ ਇਸੀ ਤਰ੍ਹਾਂ ਅਗਰ ਅੱਜ ਆਪਾਂ ਕਿਸੇ ਵੀ ਇੰਸਟੀਟਿਊਸ਼ਨ ਬਾਰੇ ਪੜ੍ਹਦੇ ਹਾਂ, ਅੱਜ ਅਗਰ ਆਪਾਂ ਜੁਡੀਸ਼ਰੀ ਬਾਰੇ ਪੜ੍ਹਦੇ ਹਾਂ ਤਾਂ ਕੁਆਇਟ ਓਬਵੀਅਸ ਉਸ ਦੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਸਾਨੂੰ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਮਿਲੀਆਂ ਨੇ। ਹਿਸਟਰੀ ਇਜ਼ ਦ ਲੈਬੋਰੇਟਰੀ ਆਫ ਦੀ ਪੋਲੀਟੀਕਲ ਸਾਇੰਸ। ਪੋਲੀਟੀਕਲ ਸਾਇੰਸ ਦੇ ਵਿੱਚ ਜਿੰਨੇ ਵੀ ਜਿਹੜੀਆਂ ਹੈਗੀਆਂ, ਜਿੰਨੇ ਵੀ ਟੈਸਟ ਹੁੰਦੇ ਨੇ ਉਹ ਪ੍ਰਯੋਗਸ਼ਾਲਾ ਮਤਲਬ ਹਿਸਟਰੀ ਨੂੰ ਦੇਖ ਕੇ ਲੈਂਦੇ ਆ। ਅੱਜ ਅਗਰ ਮੈਂ ਕਹਾਂ ਕਿ ਸਾਡੀ ਸਟੇਟ ਬੈਟਰ ਹੈ ਪਹਿਲਾਂ ਨਾਲੋਂ, ਉਹ ਕਿਉਂ? ਕਿਸ ਤਰ੍ਹਾਂ ਪੋਸੀਬਲ? ਮੈਂ ਕਿਉਂ ਕਹਿ ਸਕਦੀ ਹਾਂ ਕਿ ਸਟੇਟ ਬੈਟਰ ਹੈ? ਕਿਉਂਕਿ ਮੈਂ ਸਟੇਟ ਦੇ ਪਾਸਟ ਨੂੰ ਪੜ੍ਹਿਆ ਹੈ ਨਾ। ਮੈਂ ਪਹਿਲਾਂ ਸਟੇਟ ਦੀ ਹਿਸਟਰੀ ਨੂੰ ਜਾਣਿਆ, ਫਿਰ ਮੈਂ ਉਹਦੇ ਪ੍ਰੈਜ਼ੈਂਟ ਬਾਰੇ ਗੁੱਡ ਜਾਂ ਬੈਡ ਦੱਸਿਆ, ਦੈਨ ਉਸ ਦੇ ਬਾਅਦ ਹੀ ਮੈਂ ਉਸ ਦੇ ਫਿਊਚਰ ਨੂੰ ਡਿਸਾਈਡ ਕਰ ਪਾਵਾਂਗੀ। ਠੀਕ ਹੈ, ਉਸ ਤੋਂ ਬਾਅਦ ਅਗਰ ਸਪੋਜ਼ ਕਰੋ ਮੈਂ ਕਹਾਂ ਕਿ ਅੱਜ ਆਪਾਂ ਕਹਿੰਦੇ ਨੇ ਕਿ ਆਹ ਬੱਚਾ ਨਾ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ, ਕਿ ਟਾਈਮ ਨੇ ਇਹਨੂੰ ਇੰਟੈਲੀਜੈਂਟ ਬਣਾ ਦਿੱਤਾ,
ਉਹ ਕਿਸ ਤਰ੍ਹਾਂ ਮੈਂ ਉਹਦੀ ਜਜਮੈਂਟ ਕੀਤੀ, ਬਿਕੋਜ਼ ਮੈਂ ਕਹਿੰਦੀ ਹਾਂ ਕਿ ਆਹ ਬੱਚਾ 3 ਸਾਲਾਂ ਤੋਂ ਮੇਰੇ ਕੋਲ BA ਕਰ ਰਿਹਾ ਹੈ ਬਟ ਹੁਣ ਇਹਦੇ ਵਿੱਚ ਕਾਫੀ ਸੁਧਾਰ ਹੈ। ਮੈਂ ਕਿਵੇਂ ਕਹਿਤਾ ਉਹਨੂੰ ਕਿ ਉਹਦੇ ਵਿੱਚ ਸੁਧਾਰ ਹੈ ਜਾਂ ਉਹ ਇੰਟੈਲੀਜੈਂਟ ਹੋ ਗਿਆ, ਕਿਉਂਕਿ ਮੈਂ ਲਗਾਤਾਰ 2 ਸਾਲਾਂ ਨੂੰ ਦੇ ਵਿੱਚ ਉਸ ਬੱਚੇ ਨੂੰ ਓਬਜ਼ਰਵ ਕੀਤਾ ਹੈ, ਉਸ ਬੱਚੇ ਦੀ ਹਰ ਇੱਕ ਜੋ ਵੀ ਐਕਟੀਵਿਟੀ ਹੈ ਉਸ 'ਤੇ ਨਜ਼ਰ ਰੱਖੀ ਹੈ ਕਿ ਬੱਚਾ ਪਹਿਲਾਂ ਕੀ ਸੀ, ਫਸਟ ਈਅਰ ਦੇ ਵਿੱਚ ਕੀ ਆਇਆ ਸੀ, ਸੈਕਿੰਡ ਈਅਰ ਦੇ ਵਿੱਚ ਕਿੰਨਾ ਕੁ ਉਹਦੇ ਵਿੱਚ ਇੰਪਰੂਵਮੈਂਟ ਹੋਇਆ, ਦੈਨ ਥਰਡ ਈਅਰ ਦੇ ਵਿੱਚ ਉਸਨੇ ਕੀ ਇੰਪਰੂਵ ਕੀਤਾ। ਨਾਓ ਹੁਣ ਮੈਂ ਉਹਦੇ ਫਿਊਚਰ ਬਾਰੇ ਵੀ ਜਿਹੜੀ ਹੈਗੀ ਜਜਮੈਂਟ ਕਰ ਸਕਦੀ ਹੈ ਕਿ ਇਨ ਫਿਊਚਰ ਉਹਦੇ ਵਿੱਚ ਕਿਹੜੇ ਕਿਹੜੇ ਚੇਂਜਸ ਜਿਹੜੇ ਹੈਗੇ ਨੇ ਉਹ ਆਉਣ ਦੀ ਪੋਸੀਬਿਲਿਟੀ ਹੈ। ਅੰਡਰਸਟੈਂਡ ਬੇਟਾ। ਉਸ ਤੋਂ ਬਾਅਦ ਹੈ ਹਿਸਟਰੀ ਐਕਸਪਲੇਨ ਦਾ ਚੇਂਜਿਸ ਆਫ ਪੋਲੀਟੀਕਲ ਸਿਸਟਮ। ਪੋਲੀਟੀਕਲ ਸਾਇੰਸ ਦੇ ਵਿੱਚ ਜਿੰਨੇ ਵੀ ਚੇਂਜਿਸ ਹੋਏ ਨੇ, ਜਿੰਨੇ ਵੀ ਸਾਰਾ ਕੁਝ ਚੇਂਜ ਹੋਇਆ ਨੇ, ਪਰਿਵਰਤਨ ਆਏ ਨੇ, ਉਹਨਾਂ ਨੂੰ ਕੌਣ ਐਕਸਪਲੇਨ ਕਰਦਾ ਹੈ? ਹਿਸਟਰੀ ਐਕਸਪਲੇਨ ਕਰਦੀ ਹੈ। ਹਿਸਟਰੀ ਤੋਂ ਹੀ ਪਤਾ ਲੱਗਦਾ ਹੈ ਕਿ ਇੱਕ ਇੰਸਟੀਟਿਊਸ਼ਨ ਪਹਿਲਾਂ ਕਿਹੋ ਜਿਹਾ ਸੀ, ਹੁਣ ਕਿਹੋ ਜਿਹਾ ਹੈ। ਉਸ ਤੋਂ ਬਾਅਦ ਬੇਟਾ ਕੰਟਰੀਬਿਊਸ਼ਨ ਆਫ ਪੋਲੀਟੀਕਲ ਸਾਇੰਸ ਟੂ ਹਿਸਟਰੀ। ਇਹ ਤਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਹਿਸਟਰੀ ਨੇ ਪੋਲੀਟੀਕਲ ਸਾਇੰਸ ਨੂੰ ਕੀ ਦਿੱਤਾ ਹੈ। ਨਾਓ ਹੁਣ ਪੋਲੀਟੀਕਲ ਸਾਇੰਸ ਨੇ ਹਿਸਟਰੀ ਨੂੰ ਕੀ ਦਿੱਤਾ ਹੈ? ਨੰਬਰ 1 ਪੋਲੀਟਿਕਸ ਆਫ ਟੂਡੇ ਇਜ਼ ਹਿਸਟਰੀ ਆਫ ਟਮੋਰੋ। ਅੱਜ ਦੀ ਰਾਜਨੀਤੀ ਕੱਲ੍ਹ ਦਾ ਇਤਿਹਾਸ ਬਣ ਜਾਂਦੀ ਹੈ। ਕੁਆਇਟ ਓਬਵੀਅਸ ਹੈ ਬੇਟਾ, ਜਿਹੜਾ ਅੱਜ ਦਾ ਪ੍ਰੈਜੈਂਟ ਹੈ ਉਹ ਕੱਲ੍ਹ ਦਾ ਫਿਊਚਰ ਹੋਏਗਾ। ਸੋ ਅੱਜ ਜਿੰਨੀਆਂ ਵੀ ਹਿਸਟਰੀ ਦੇ ਵਿੱਚ, ਜਿੰਨੀਆਂ ਵੀ ਪੋਲੀਟੀਕਲ ਸਾਇੰਸ ਦੇ ਵਿੱਚ ਘਟਨਾਵਾਂ ਹੁੰਦੀਆਂ ਨੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਬਣ ਜਾਂਦੀਆਂ ਨੇ। ਠੀਕ ਹੈ, ਇਤਿਹਾਸ ਕਿਉਂ ਬਣਦਾ ਹੈ? ਕਿਉਂਕਿ ਪ੍ਰੈਜੈਂਟ ਜਿਹੜਾ ਹੈਗਾ ਉਸਨੂੰ ਮਟੀਰੀਅਲ ਪ੍ਰੋਵਾਈਡ ਕਰਦਾ ਹੈ। ਉਸੀ ਤਰ੍ਹਾਂ ਬੇਟੇ ਪੋਲੀਟੀਕਲ ਈਵੈਂਟਸ ਚੇਂਜ ਦ ਕੋਰਸ ਆਫ ਹਿਸਟਰੀ। ਰਾਜਨੀਤਿਕ ਘਟਨਾਵਾਂ ਇਤਿਹਾਸ ਦਾ ਮੁੱਖ ਮੋੜ ਦਿੰਦੀਆਂ ਨੇ। ਉਹ ਕਿਵੇਂ? ਸ਼ੁਰੂ ਤੋਂ ਚੱਲਿਆ ਆ ਰਿਹਾ ਹੈ। ਫੋਰ ਦਾ ਐਗਜ਼ਾਮਪਲ ਦੈਟ ਸ਼ੁਰੂ ਤੋਂ ਚੱਲਿਆ ਜਾ ਰਿਹਾ 1885 ਤੋਂ ਲੈ ਕੇ ਸਾਡੇ ਦੇਸ਼ ਦੇ ਵਿੱਚ ਸਿਰਫ ਔਰ ਸਿਰਫ ਕਾਂਗਰਸ ਦਾ ਰਾਜ ਚੱਲਿਆ। ਠੀਕ ਹੈ, ਕਾਂਗਰਸ ਨੇ ਹੀ ਆਪਣੀ ਮੱਲਾਂ ਮਾਰੀਆਂ, ਕਾਂਗਰਸ ਨੇ ਹੀ ਸਾਡੇ ਸੁਤੰਤਰਤਾ ਸੰਗਰਾਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ, ਸਟਰਗਲ ਕੀਤੀ। ਬਟ ਨਾਓ ਅੱਜ ਸਿਚੁਏਸ਼ਨ ਡਿਫਰੈਂਟ ਹੈ। ਅੱਜ ਕਾਂਗਰਸ ਦੀ ਉਹ ਭੂਮਿਕਾ ਨਹੀਂ ਹੈ ਜੋ 1885 ਦੇ ਵਿੱਚ ਸੀਗੀ, ਜਦੋਂ ਇੰਦਰਾ ਗਾਂਧੀ ਦੇ ਟਾਈਮ 'ਤੇ ਸੀਗੀ, ਰਾਜੀਵ ਗਾਂਧੀ ਦੇ ਟਾਈਮ 'ਤੇ ਸੀਗੀ। ਅੱਜ ਉਹਦੀ ਸਿਚੁਏਸ਼ਨ ਉਹ ਨਹੀਂ ਹੈ। ਠੀਕ ਹੈ, ਤੁਹਾਨੂੰ ਵੀ ਪਤਾ ਹੈ ਅੱਜ BJP ਦਾ ਜ਼ਿਆਦਾ ਸਟੈਂਡ ਹੈ ਉਹਦੇ ਨਾਲੋਂ, ਕਾਂਗਰਸ ਨਾਲੋਂ। ਸੋ ਕਿਹਾ ਜਾਂਦਾ ਕਿਤੇ ਤਾਂ ਇਤਿਹਾਸ ਦੇ ਵਿੱਚ ਕਾਂਗਰਸ ਦਾ ਬੋਲਬਾਲਾ ਸੀ, ਲੇਕਿਨ ਅੱਜ BJP ਦੀ ਕਾਰਗੁਜ਼ਾਰੀ ਨੇ ਜਾਂ BJP ਦੇ ਨੇਤਾ ਨੇ ਜਾਂ ਕੁਝ ਵੀ ਹੈ, ਅੱਜ ਦੇ ਸਰਕਮਸਟਾਂਸਿਸ ਨੇ ਇਤਿਹਾਸ ਦੀਆਂ ਉਹਨਾਂ ਘਟਨਾਵਾਂ ਨੂੰ ਦਾ ਮੁੱਖ ਮੋੜ ਦਿੱਤਾ ਹੈ, ਯਾਨੀ ਕਿ ਉਸਨੂੰ ਇੱਕ ਟਰਨਿੰਗ ਪੁਆਇੰਟ ਦਿੱਤਾ ਹੈ। ਸਮਝ ਆ ਗਈ ਕਿ ਇਤਿਹਾਸ ਦਾ ਰਾਜਨੀਤੀ ਨੂੰ ਕੀ ਦੇਣਾ ਅਤੇ ਰਾਜਨੀਤੀ ਦਾ ਇਤਿਹਾਸ ਨੂੰ ਕੀ ਦੇਣਾ। ਨਾਓ ਡਿਫਰੈਂਸ ਬਿਟਵੀਨ ਦ ਪੋਲੀਟੀਕਲ ਸਾਇੰਸ ਐਂਡ ਹਿਸਟਰੀ। ਹੁਣ ਦੋਨਾਂ ਦੇ ਵਿੱਚ ਅੰਤਰ ਵੀ ਹੈਗਾ, ਅਗਰ ਇੱਕ ਦੂਜੇ ਲਈ ਕੰਟਰੀਬਿਊਸ਼ਨ ਹੈ ਤਾਂ ਦੋਨਾਂ ਲਈ ਡਿਫਰੈਂਸ ਵੀ ਹੈਗਾ। ਨੰਬਰ 1 ਖੇਤਰ ਦੇ ਵਿੱਚ ਅੰਤਰ, ਡਿਫਰੈਂਸ ਇਨ ਦੇਅਰ ਸਕੋਪ। ਇਤਿਹਾਸ ਦਾ ਖੇਤਰ ਬੇਟਾ ਜ਼ਿਆਦਾ ਵਿਸ਼ਾਲ ਹੈ, ਬਿਕੋਜ਼ ਆਪਾਂ ਸਿਰਫ ਪੋਲੀਟੀਕਲ ਸਾਇੰਸ ਦੇ ਵਿੱਚ ਪੋਲੀਟਿਕਸ ਨਾਲ ਚੀਜ਼ਾਂ ਦੇ ਨਾਲ ਚੀਜ਼ਾਂ ਦੀ ਰਿਲੇਟ ਕਰਦੇ ਨੇ, ਲੇਕਿਨ ਇਤਿਹਾਸ ਦੇ ਵਿੱਚ ਅਸੀਂ ਸਾਰੀਆਂ ਹੀ ਇਕਨੋਮਿਕ, ਸੋਸ਼ਲ, ਪੋਲੀਟੀਕਲ, ਕਲਚਰਲ ਸਾਰੀਆਂ ਹੀ ਘਟਨਾਵਾਂ ਜਿਹੜੀਆਂ ਹੈਗੀਆਂ ਅਸੀਂ ਉਸਨੂੰ ਹਿਸਟਰੀ ਦੇ ਵਿੱਚ ਮੈਂਸ਼ਨ ਕਰਦੇ ਹਾਂ। ਉਸ ਤੋਂ ਬਾਅਦ ਹਿਸਟਰੀ ਡੀਲਸ ਵਿਦ ਦ ਪਾਸਟ whereas political science deals with the past, present and future। ਅਸੀਂ ਹਿਸਟਰੀ ਦੇ ਵਿੱਚ ਸਿਰਫ ਔਰ ਸਿਰਫ ਪਾਸਟ ਬਾਰੇ ਪੜ੍ਹਦੇ ਹਾਂ ਕਿ ਕੱਲ੍ਹ ਕੀ ਸੀਗਾ, ਹੈ ਨਾ, ਕਿ ਬੀਤੇ ਹੋਏ ਦਿਨਾਂ 'ਚ ਕੀ ਹੋਇਆ, ਕਿਸ ਤਰ੍ਹਾਂ ਹੋਇਆ। ਅਸੀਂ ਉਹਦੇ ਵਿੱਚ ਨਾ ਹੀ ਪ੍ਰੈਜੈਂਟ ਬਾਰੇ ਪੜ੍ਹਦੇ ਹਾਂ ਅਤੇ ਨਾ ਹੀ ਅਸੀਂ ਫਿਊਚਰ ਬਾਰੇ ਪੜ੍ਹਦੇ ਹਾਂ। ਲੇਕਿਨ ਪੋਲੀਟੀਕਲ ਸਾਇੰਸ ਦੇ ਵਿੱਚ ਅਸੀਂ ਤਿੰਨੋਂ ਚੀਜ਼ਾਂ ਬਾਰੇ ਪੜ੍ਹਦੇ ਹਾਂ ਕਿ ਕੱਲ੍ਹ ਰਾਜ ਕੀ ਸੀਗਾ, ਹੁਣ ਕੀ ਹੈ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਹੋ ਜਿਹਾ ਹੋਏਗਾ। ਉਸ ਤੋਂ ਬਾਅਦ ਹੈ ਬੇਟਾ ਡਿਫਰੈਂਸ ਇਨ ਦੇਅਰ ਮੈਥਡਸ ਆਫ ਸਟੱਡੀ। ਕੁਆਇਟ ਓਬਵੀਅਸ ਹੈ ਕਿ ਇਤਿਹਾਸ ਜਿਹੜਾ ਹੈਗਾ ਉਸਨੂੰ ਅਸੀਂ ਐਕਸਪਲੇਨ ਕਰਦੇ ਹਾਂ, ਜਿੰਨਾ ਮਰਜ਼ੀ ਉਸਨੂੰ ਐਕਸਪਲੇਨ ਕਰ ਸਕਦੇ। ਉਹਦਾ ਜਿਹੜਾ ਅਧਿਐਨ ਹੈ ਉਹ ਵਿਆਖਿਆਤਮਕ ਹੈ, ਜਦ ਕਿ ਪੋਲੀਟੀਕਲ ਸਾਇੰਸ ਜਿਹੜਾ ਹੈਗਾ ਵਿਸ਼ਲੇਸ਼ਣਾਤਮਕ ਹੈ। ਮੀਨਸ ਉਹਦੇ ਵਿੱਚ ਅਸੀਂ ਐਨਾਲਾਈਜ਼ ਕਰਦੇ ਹਾਂ, ਕਿਸੇ ਚੀਜ਼ਾਂ ਨੂੰ ਐਨਾਲਾਈਟੀਕਲ ਕਰਦੇ ਹਾਂ, ਕਿਸੇ ਚੀਜ਼ਾਂ ਦੇ ਲਈ ਇੱਕ ਪ੍ਰੂਫਸ ਇਕੱਠੇ ਕਰਦੇ ਹਾਂ। ਠੀਕ ਹੈ, ਡਿਫਰੈਂਸ ਇਨ ਦੇਅਰ ਆਬਜੈਕਟਿਵ। ਹੁਣ ਉਦੇਸ਼ਾਂ ਦੇ ਵਿੱਚ ਵੀ ਅੰਤਰ ਹੈ। ਇਤਿਹਾਸ ਦਾ ਕੰਮ ਸਿਰਫ ਕੀ ਹੈ? ਬੀਤੀਆਂ ਹੋਈਆਂ ਘਟਨਾਵਾਂ ਦਾ ਵਰਣਨ ਕਰਨਾ, ਔਰ ਜਦਕਿ ਰਾਜਨੀਤਿਕ ਸ਼ਾਸਤਰ ਸਾਨੂੰ ਇਹ ਦੱਸਦਾ ਹੈ ਕਿ ਰਾਜ ਪਹਿਲਾਂ ਕਿਹੋ ਜਿਹਾ ਸੀ, ਹੁਣ ਕਿਹੋ ਜਿਹਾ ਹੈ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਕਿਹੋ ਜਿਹਾ ਹੋਏਗਾ। ਸੋ ਬੇਟਾ ਦਿਸ ਇਜ਼ ਦ
ਰਿਲੇਸ਼ਨਸ਼ਿਪ ਬਿਟਵੀਨ ਹਿਸਟਰੀ ਐਂਡ ਪੋਲੀਟੀਕਲ ਸਾਇੰਸ। ਤੁਸੀਂ ਇਹਦੇ ਵਿੱਚ ਕੀ ਕਰੋਗੇ, ਤੁਸੀਂ ਇਹਦੇ ਵਿੱਚ ਦੇਖਣਾ ਹੈ ਕਿ ਹਿਸਟਰੀ ਨੇ ਪੋਲੀਟੀਕਲ ਸਾਇੰਸ ਨੂੰ ਕੀ ਦਿੱਤਾ ਹੈ, ਪੋਲੀਟੀਕਲ ਸਾਇੰਸ ਨੇ ਹਿਸਟਰੀ ਨੂੰ ਕੀ ਦਿੱਤਾ ਹੈ, ਅਤੇ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ। ਠੀਕ ਹੈ, ਔਰ ਇਸ ਤੋਂ ਬਾਅਦ ਇਹਦਾ ਅਸੀਂ ਕਨਕਲੂਜਨ ਕੱਢਾਂਗੇ। ਇਹਦਾ ਕਨਕਲੂਜਨ ਕੀ ਹੈ ਕਿ ਭਾਵੇਂ ਇਤਿਹਾਸ ਅਤੇ ਰਾਜਨੀਤਿਕ ਸ਼ਾਸਤਰ ਦੀਆਂ ਹੱਦਾਂ ਇੱਕ ਦੂਜੇ ਦੇ ਸਿਰੇ ਤੱਕ ਇੱਕ ਦੂਜੇ ਦੇ ਨਾਲ ਚੱਲਦੀਆਂ ਹਨ, ਪਰ ਫਿਰ ਵੀ ਇੱਕ ਦੂਜੇ ਤੋਂ ਵੱਖਰੇ ਅਤੇ ਸੁਤੰਤਰ ਅਧਿਐਨ ਵਿਸ਼ੇ ਹਨ। ਹਾਂ ਠੀਕ ਹੈ, ਦੇ ਆਰ ਮਤਲਬ ਗੋਇੰਗ ਔਨ ਟੂਗੈਦਰ, ਮਤਲਬ ਦੋਨੋਂ ਨਾਲ ਚੱਲਦੀਆਂ ਨੇ, ਬਟ ਸਟਿਲ ਜਿਹੜੀਆਂ ਹੈਗੀਆਂ ਇਹਨਾਂ ਦੇ ਵਿਸ਼ਾ ਵਸਤੂ ਡਿਫਰੈਂਸ ਨੇ। ਚਾਹੇ ਇਤਿਹਾਸ ਇੱਕ ਅਲੱਗ ਸਬਜੈਕਟ ਹੈ, ਚਾਹੇ ਪੋਲੀਟੀਕਲ ਸਾਇੰਸ ਇੱਕ ਅਲੱਗ ਸਬਜੈਕਟ ਹੈ, ਲੇਕਿਨ ਦੋਨੋਂ ਹੀ ਸਬਜੈਕਟ ਜਿਹੜੇ ਹੈਗੇ ਨੇ ਉਹ ਇੱਕ ਦੂਜੇ ਦੇ ਪੂਰਕ ਨੇ, ਇੱਕ ਦੂਜੇ ਲਈ ਮਟੀਰੀਅਲ ਪ੍ਰੋਵਾਈਡ ਕਰਦੇ ਨੇ। ਠੀਕ ਹੈ, ਅੱਜ ਸਿਰਫ ਤੁਸੀਂ ਇੰਨਾ ਹੀ ਕਰਨਾ ਹੈ, ਬਾਕੀ ਆਪਾਂ ਕੱਲ੍ਹ ਕਰਾਂਗੇ।